ਆਦ ਕੀਆਂ ਕਥਾ ਕਹਾਣੀਆਂ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਕਾਬਲੇ ਅਦਬ ਪਰਮ ਸਨਮਾਨਯੋਗ ਛਤਰ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਸਦਕਾ ਅੱਜ ਆਪਾਂ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਤਿੰਨਾਂ ਦਾ ਪਾਵਨ ਪਵਿੱਤਰ ਜਨਮ ਦਿਹਾੜਾ ਤਿਸ ਦੇ ਬਾਬਤ ਵਿਚਾਰ ਕਰਨੀ ਹੈ। ਤੋ ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ ਅਰਦਾਸ ਕਰਦੇ ਹਾਂ, ਅਰਦਾਸ ਦਾ ਦੂਸਰਾ ਪਹਿਰਾ ਪੜ੍ਹਦੇ ਹਾਂ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਅਸੀਂ ਸਮੁੱਚੀ ਅਰਦਾਸ ਨੂੰ ਤੁਸੀਂ ਦੇਖੋ, ਕਿਉਂਕਿ ਅਰਦਾਸ ਦੀ ਸ਼ੁਰੂਆਤ ਜਿੱਥੋਂ ਹੁੰਦੀ ਹੈ ਇੱਥੋਂ ਹੀ ਪਤਾ ਲੱਗਦਾ ਹੈ ਵੀ ਇਹ ਲਿਖਤ ਜਿਹੜੀ ਹੈ ਕਿਸ ਦੀ ਹੈ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ 10ਵੀਂ। ਤਾਂ ਉੱਥੇ ਜਦੋਂ ਅਸੀਂ ਇਹ ਬੋਲ ਪੜ੍ਹਦੇ ਹਾਂ ਕਿ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੀਂ, ਤੋਂ ਪਾਤਸ਼ਾਹੀ 10ਵੀਂ ਭਾਵ 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਉਚਾਰਨ ਕੀਤੇ। ਉਹ 9ਵੇਂ ਗੁਰਦੇਵ ਤੱਕ ਤੇਗ ਬਹਾਦਰ ਸਿਮਰਿਆ ਘਰ ਨੌਨ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ। ਇੱਥੋਂ ਤੱਕ ਕਿ 10ਵੇਂ ਪਾਤਸ਼ਾਹ ਮਹਾਰਾਜ ਦੇ ਬਚਨ ਨੇ। ਅੱਗੇ ਫਿਰ ਇਹ ਜਿਹੜੀ ਅਰਦਾਸ ਹੈ ਇਹਦਾ ਰੂਪ ਰੇਖਾ ਜਿਹੜੀ ਉਹ ਪੰਥ ਨੇ ਤਿਆਰ ਕੀਤੀ ਹੈ ਔਰ ਇੱਕੋ ਵੇਲੇ ਨਹੀਂ ਹੋਈ ਸਾਰੀ, ਸਮੇਂ ਦਰ ਸਮੇਂ ਦੇ ਵਿੱਚ ਇਹ ਚੀਜ਼ਾਂ ਐਡ ਹੁੰਦੀਆਂ ਰਹੀਆਂ। ਜਿਵੇਂ ਪੰਜਾਂ ਪਿਆਰਿਆਂ ਤੋਂ ਲੈ ਕੇ ਪਹਿਲਾ ਪਹਿਰਾ, ਫਿਰ ਇਹ ਜਿਹੜਾ ਸਿੰਘਾਂ ਸਿੰਘਣੀਆਂ ਵਾਲਾ ਪਹਿਰਾ ਹੈ ਇਹ ਉਹਨਾਂ ਗੁਰੂ ਕੇ ਪਿਆਰੇ ਮੀਰ ਮੰਨੂ ਵੇਲੇ ਦੀਆਂ ਸ਼ਹਾਦਤਾਂ ਆ, 17ਵੀਂ ਤੋਂ 18ਵੀਂ ਸਦੀ। ਫਿਰ 5 ਤਖਤ ਹੁਣ ਤੁਸੀਂ ਵੇਖੋ, ਕਿਉਂਕਿ ਦਮਦਮਾ ਸਾਹਿਬ ਜੋ ਤਖਤ ਹੈ ਉਹ ਬਹੁਤ ਬਾਅਦ ਦੇ ਵਿੱਚ ਮੰਨਿਆ ਗਿਆ, ਹੋਂਦ ਵਿੱਚ ਆਇਆ। 5 ਤਖਤਾਂ ਦਾ ਨਾਮ ਬਾਅਦ 'ਚ ਆਏਗੀ ਗੱਲ। ਫਿਰ ਜਦੋਂ ਅਸੀਂ ਜਾ ਕੇ ਚੌਥੇ ਪਹਿਰੇ ਦੇ ਦਰਸ਼ਨ ਕਰਦੇ ਹਾਂ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ, ਚਿਤਾਵਨ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ। ਇਹ ਉਦੋਂ ਬਚਨ ਆਏ ਜਦੋਂ ਸਿੰਘਾਂ ਨੂੰ ਜੰਗਲਾਂ ਦੇ ਵਿੱਚ ਸਮਾਂ ਕੱਟਣਾ ਪਿਆ ਵੀ ਜਿੱਥੇ ਜਿੱਥੇ ਵੀ ਤੇਰੇ ਬੱਚੇ ਨੇ ਮਹਾਰਾਜ ਆਪ ਰੱਖਿਆ ਕਰਨੀ। ਫਿਰ ਉਹਦੇ ਤੋਂ ਬਾਅਦ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਇਹ 1947 ਤੋਂ ਬਾਅਦ ਵਿੱਚ ਇਹ ਸ਼ਬਦ ਵਿੱਚ ਲਿਖੇ, ਕਿਉਂਕਿ 1947 ਤੋਂ ਪਹਿਲਾਂ ਤਾਂ ਨਨਕਾਣਾ ਸਾਹਿਬ ਤੋਂ ਵਿਛੜੇ ਨਹੀਂ ਸਨ, ਪਾਰਟੀਸ਼ਨ ਤੋਂ ਬਾਅਦ ਹੀ ਇਹ ਕੁਝ ਹੈ। ਤੋ ਜਦੋਂ ਅਸੀਂ ਸਾਹਿਬਜ਼ਾਦਿਆਂ ਨੂੰ, ਇਹ ਸਾਡਾ ਇੱਕ ਇਤਿਹਾਸ ਆ, ਕੁਝ ਮਿੰਟਾਂ ਵਿੱਚ ਜਦੋਂ ਅਸੀਂ ਅਰਦਾਸ ਵਿੱਚ ਜੁੜਦੇ ਹਾਂ ਧਿਆਨ ਕਰੋ ਤੇ ਇੱਕ ਇੱਕ ਅੱਖਰ ਪਿੱਛੇ ਬੜਾ ਵੱਡਾ ਇਤਿਹਾਸ ਹੈ। ਚੌਹਾਂ ਸਾਹਿਬਜ਼ਾਦਿਆਂ, 4 ਸਾਹਿਬਜ਼ਾਦੇ ਜੋ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਪੁੱਤਰਾਂ ਦੀ ਬਾਤ ਕੀਤੀ ਜਾਂਦੀ। ਸਾਹਿਬਜ਼ਾਦਾ ਦਾ ਅੱਖਰੀ ਜਿਹੜਾ ਅਰਥ ਆ ਉਹ ਸਪੁੱਤਰ ਤੋਂ ਹੀ ਹੁੰਦੇ ਆ। ਇਹ ਪਰਸ਼ੀਅਨ ਦਾ ਸ਼ਬਦ ਹੈ ਸਾਹਿਬਜ਼ਾਦਾ।
ਤੋ ਸਤਿਗੁਰੂ ਮਹਾਰਾਜ ਜੀ ਦੇ 4 ਸਪੁੱਤਰ ਨੇ। ਪਹਿਲੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਜੋ ਸਭ ਤੋਂ ਵੱਡੇ ਹੈ। ਉਹਨਾਂ ਦਾ ਜਨਮ ਵੀ ਪਾਉਂਟਾ ਸਾਹਿਬ ਦੀ ਧਰਤੀ ਦਾ ਤੇ ਮਾਤਾ ਸੁੰਦਰੀ ਜੀ ਹੁਣਾਂ ਦੀ ਕੁੱਖ ਤੋਂ ਹੋਇਆ। ਉਹਦੇ ਤੋਂ ਬਾਅਦ ਜਦੋਂ ਮਹਾਰਾਜ ਜੀ ਦੇ 3 ਸਾਹਿਬਜ਼ਾਦਿਆਂ ਦੀ ਗੱਲ ਆਏਗੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਇਹ ਤਿੰਨੋਂ ਸਾਹਿਬਜ਼ਾਦੇ ਮਾਤਾ ਜੀਤੋ ਜੀ ਹੁਣਾਂ ਦੀ ਕੁੱਖ ਤੋਂ ਪੈਦਾ ਹੋਏ। ਇੱਕ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਮਾਤਾ ਸੁੰਦਰੀ ਜੀ ਹੁਣਾਂ ਦੀ ਕੁੱਖ ਤੋਂ, ਉਹਨਾਂ ਦਾ ਜਨਮ ਵੀ ਪਾਉਂਟਾ ਸਾਹਿਬ ਦੀ ਧਰਤੀ ਤੇ ਹੋਇਆ। ਬਾਕੀ ਇਹ ਤਿੰਨੋਂ ਸਾਹਿਬਜ਼ਾਦੇ ਮਾਤਾ ਜੀਤੋ ਜੀ ਹੁਣਾਂ ਦੀ ਕੁੱਖ ਤੋਂ ਉਹਨਾਂ ਦਾ ਜਨਮ ਹੁੰਦਾ, ਔਰ ਜਨਮ ਵੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੈ, ਜਿੱਥੇ ਆਪਾਂ ਗੁਰਦੁਆਰਾ ਭੋਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ। ਔਰ ਇਹ ਉਹੀ ਸਥਾਨ ਹੈ ਜਦੋਂ 1665 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਵਸਾਈ ਹੈ, ਤਾਂ ਪਰਿਵਾਰ ਸਮੇਤ ਪਹਿਲੀ ਰਿਹਾਇਸ਼ ਜਿਹੜੀ ਉਹ ਗੁਰਦੁਆਰਾ ਭੋਰਾ ਸਾਹਿਬ ਸੀ। ਕਿਲ੍ਹਾ ਆਨੰਦਗੜ੍ਹ, ਕੇਸਗੜ੍ਹ ਸਾਹਿਬ ਇਹ ਬਾਅਦ 'ਚ ਹੈ, 10ਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ। ਔਰ ਪਰਿਵਾਰ ਕਿਲ੍ਹੇ ਆਨੰਦਗੜ੍ਹ ਦੇ ਵਿੱਚ ਤਾਂ ਬਹੁਤ, ਜਦੋਂ ਆਨੰਦਪੁਰ ਸਾਹਿਬ ਛੱਡਣਾ ਸੀ ਉਦੋਂ ਆਇਆ। ਉਸ ਤੋਂ ਪਹਿਲਾਂ ਪਰਿਵਾਰ ਗੁਰਦੁਆਰਾ ਭੋਰਾ ਸਾਹਿਬ ਉੱਥੇ ਹੀ ਰਹਿੰਦੇ ਸਨ। ਉੱਥੇ ਹੀ ਉਹ ਥੜਾ ਸਾਹਿਬ ਸੁਭਾਇਮਾਨ ਹੈ, ਜਿੱਥੇ ਕਸ਼ਮੀਰੀ ਪੰਡਤਾਂ ਨੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਫਰਿਆਦ ਕੀਤੀ। ਉੱਥੇ ਹੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜਿੱਥੇ ਸੰਗਤ ਨੂੰ ਬੈਠ ਕੇ ਦਰਸ਼ਨ ਦਿੰਦੇ, ਭੋਰਾ ਸਾਹਿਬ ਵੀ ਬਣਿਆ ਹੈ। ਮਹਾਰਾਜ ਇਬਾਦਤ ਵਿੱਚ ਜੁੜਦੇ, ਔਰ ਸਾਹਿਬਜ਼ਾਦਿਆਂ ਦਾ ਜਨਮ ਸਥਾਨ ਵੀ ਬਣਿਆ, ਜਿੱਥੇ ਮਾਤਾ ਜੀ ਹੁਣਾਂ ਦਾ ਨਿਵਾਸ ਸੀ ਤੇ ਜਿੱਥੇ ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਜਨਮ ਦਿੱਤਾ। ਤੋ ਫੱਗਣ ਸੁਦੀ ਇਕਾਦਸ਼ੀ 10 ਤੇ 11 ਨੂੰ ਇਕਾਦਸ਼ੀ ਕਹਿ ਦਿੰਦੇ ਆ। ਉਹਦੇ ਵਿੱਚ 1755 ਬਿਕਰਮੀ ਸੰਮਤ ਈਸਵੀ ਸਨ ਹੈ, ਤੋਂ 57 ਕਢਾ ਦਿਆਂਗੇ, 1698 ਰਹਿ ਜਾਏਗਾ। ਤਾਂ ਹੀ ਫਿਰ ਸਾਹਿਬਜ਼ਾਦਿਆਂ ਦੀ ਜਿਹੜੀ ਅਰਬਲਾ ਹੈ ਉਹ 7 ਤੇ 9 ਸਾਲ ਜਾ ਕੇ ਬਣਦੀ ਆ, ਜਦੋਂ ਉਹਨਾਂ ਦੀ ਸ਼ਹਾਦਤ ਸਰਹੰਦ ਦੀ ਧਰਤੀ ਤੇ ਹੁੰਦੀ। ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਹੁਣਾਂ ਦਾ ਜਨਮ, ਜੋ ਸਭ ਤੋਂ ਛੋਟੇ ਸਪੁੱਤਰ ਦੇ ਰੂਪ ਵਿੱਚ ਪੈਦਾ ਹੋਏ, ਇਹ 1698 ਈਸਵੀ ਸਨ ਹੈ। ਕੁਝ ਥਾਵਾਂ ਤੇ 99 ਵੀ ਲਿਖਿਆ ਗਿਆ ਹੈ ਜਾਂ 97 ਮਿਲਦਾ ਹੈ, ਪਰ ਪ੍ਰੋਫੈਸਰ ਪਿਆਰਾ ਸਿੰਘ ਜੀ ਪਦਮ ਹੁਣਾਂ ਨੇ 1755 ਬਿਕਰਮੀ ਸੰਮਤ ਦਿੱਤਾ ਹੈ, ਤਾਂ ਉਹਦੇ ਮੁਤਾਬਕ ਇਹ 1698 ਈਸਵੀ ਸਨ ਬਣਦਾ। ਤੋ ਬਾਬਾ ਫਤਿਹ ਸਿੰਘ ਜੀ ਹੁਣਾਂ ਦਾ ਜਨਮ ਹੋਇਆ। ਮਾਤਾ ਜੀਤੋ ਜੀ ਹੁਣਾਂ ਦੇ ਤੀਸਰੇ ਸਪੁੱਤਰ ਨੇ। ਬੜੇ ਪਿਆਰ ਨਾਲ ਪਾਲਣ ਪੋਸ਼ਣ ਹੋ ਰਿਹਾ, ਲੇਕਿਨ 2 ਸਾਲ ਦੇ ਸਨ ਅਜੇ ਕਿ ਬਾਬਾ ਫਤਿਹ ਸਿੰਘ ਜੀ ਇੰਨੇ ਛੋਟੇ ਨੇ ਤੇ ਮਾਤਾ ਜੀਤੋ ਜੀ ਅਕਾਲ ਚਲਾਣਾ ਕਰ ਗਏ। 98 'ਚ ਜਨਮ ਹੈ, 99 'ਚ ਖਾਲਸੇ ਦੇ ਸਾਜਨਾ ਪ੍ਰਗਟ ਕਰਨਾ, ਖਾਲਸੇ ਨੂੰ ਅੰਮ੍ਰਿਤ ਦੀ ਦਾਤ ਦੇਣੀ, 1699 ਦੀ ਵਿਸਾਖੀ, ਤੇ 1700 ਦੇ ਵਿੱਚ ਮਾਤਾ ਜੀਤੋ ਜੀ ਹੋਣੀ ਅਕਾਲ ਚਲਾਣਾ ਕਰ ਜਾਂਦੇ, ਸਰੀਰਕ ਝੋਲਾ ਤਿਆਗ ਦਿੰਦੇ। ਹੁਣ ਪੁਰਾਤਨ ਸਮਾਂ ਸੀ, ਉਹਨਾਂ ਸਮਿਆਂ ਵਿੱਚ ਆ ਨਿਪਲਾਂ ਵਾਲਾ ਕੰਮ, ਇਸ ਤਰ੍ਹਾਂ ਦੁੱਧ ਪਿਆਉਣਾ, ਇਹ ਕੁਝ ਨਹੀਂ ਸੀ। ਔਰ ਹੁਣ ਮਾਤਾਵਾਂ ਬੱਚਿਆਂ ਨੂੰ ਕਈ ਸਾਲ ਦੁੱਧ ਪਿਆਉਂਦੀਆਂ। ਇਹ ਅੱਜ ਤੁਸੀਂ ਥੋੜ੍ਹਾ ਜਿਹਾ ਰੂਪ ਹੋਰ ਵੇਖੋਗੇ। ਕਈ ਵਾਰ ਤਾਂ ਤੁਸੀਂ ਵੇਖੋਗੇ ਨਾ, ਮੈਂ ਇੱਕ ਥਾਂ 'ਤੇ ਦੇਖ ਰਿਹਾ ਸਾਂ, ਡਾਕਟਰ ਦੇ ਕੋਲ ਇਸੇ ਤਰ੍ਹਾਂ ਕੋਈ ਭੈਣ ਬੀਬੀ ਜਿਹੜੀ ਹੈ ਉਹ ਬੈਠੇ, ਤੇ ਉਹ ਮਤਲਬ ਬੱਚਾ ਹੋਇਆ ਕਿਸੇ ਦੇ ਘਰ, ਤੇ ਹੌਸਪੀਟਲ ਦੇ ਵਿੱਚ ਨਿਊ ਬੋਰਨ ਬੇਬੀ, ਜਿਸ ਤਰ੍ਹਾਂ
ਉਹਦਾ ਜਨਮ ਹੋਇਆ ਤੇ ਕੋਈ ਉਹਨਾਂ ਦੀ ਸਹੇਲੀ ਜਾਂ ਰਿਸ਼ਤੇਦਾਰ ਹੋਣਾ, ਕੋਈ ਜੀ ਆਇਆ ਵਧਾਈ ਦੇਣ, ਐਸਾ ਕੁਝ ਕਰਨ। ਤੇ ਉਹ ਜਦੋਂ ਇਹ ਕੁਝ ਕਰਕੇ ਤੇ ਜਾਣ ਲੱਗਿਆ, ਪਤਾ ਕਿ ਉਹਨੂੰ ਜਿਸ ਭੈਣ ਨੇ ਬੱਚੇ ਨੂੰ ਜਨਮ ਦਿੱਤਾ ਸੀ ਉਹਨੂੰ ਜਾਣ ਲੱਗੀ ਉਹ ਮਾਈ ਭੈਣ ਕੀ ਕਹਿੰਦੀ ਹੈ, ਕਹਿੰਦੀ ਮੈਂ ਤੈਨੂੰ ਸੱਚ ਇੱਕ ਗੱਲ ਦੱਸਣੀ ਸੀ, ਬੜੇ ਪਤੇ ਦੀ, ਧਿਆਨ ਨਾਲ ਸੁਣ ਲਈ। ਉਹਨੇ ਆਖਿਆ ਕੀ? ਕਹਿੰਦੇ ਇਹਨੂੰ ਹੁਣੇ ਹੀ ਬੋਤਲ ਲਾ ਦੀ, ਮੁੜ ਕੇ ਬਹੁਤ ਤੰਗ ਕਰਦੇ, ਫਿਰ ਦੁੱਧ ਆਪ ਪਿਆਉਣਾ ਪੈਂਦਾ, ਇਹਨੂੰ ਹੁਣੇ ਹੀ ਬੋਤਲ ਲਾ ਦੀ, ਬਸ ਬੋਤਲ ਲਾ ਦਿਓ, ਕੰਮ ਛੁੱਟ ਗਿਆ। ਔਰ ਇੱਕ ਬੜਾ ਪਿਆਰਾ ਉਰਦੂ ਦੇ ਅਦੀਬ ਨੇ ਲਿਖਿਆ ਹੈ, ਉਹ ਕਹਿੰਦਾ ਹੈ ਕਿ दूध है डिब्बे का और ਜਿਹੜੀ ਸਿੱਖਿਆ ਆ ਉਹ ਸਰਕਾਰ ਦੀ ਹੈ। ਤੇ ਕਹਿੰਦੇ ਜਦੋਂ ਅਸੀਂ ਇਹ ਗੱਲ ਕਰਾਂਗੇ, ਖੁਸ਼ਬੂ ਕੈਸੇ ਆਏ ਤੁਖਮ ਸੇ, ਤੁਖਮ ਕਹਿੰਦੇ ਆ ਬੀਜ ਨੂੰ, ਬੱਚੇ ਨੂੰ, ਵੈਸੇ ਉੱਥੇ ਬੱਚੇ ਲਈ ਤੁਖਮ ਸ਼ਬਦ ਵਰਤਿਆ। ਕਹਿੰਦਾ दूध है डिब्बे का तालीम सरकार की, खुशबू कैसे आए तुखम से, माँ बाप के किरदार की। माँ बाप का किरदार ਉਹਦੇ ਚੋਂ ਕਿੱਥੇ ਚੱਕਣਾ? ਫਿਰ ਪਤਾ ਕੀ ਆਖਣਗੇ, ਜੇ ਇਹ ਜਵਾਕ ਮੋਹ ਨਹੀਂ ਕਰਦੇ ਤਾਂ ਮੋਹ ਕਿੱਥੋਂ ਕਰਨ ਭਾਈ? ਦੋਨੋਂ ਪਾਸੇ ਕੰਮ ਵਿਗੜਿਆ। ਮਾਂ ਨੇ ਸੀਨੇ ਨਾਲ ਲਾਉਣਾ ਸੀ, ਦੁੱਧ ਪਿਆਉਣਾ ਸੀ, ਪਿਆਰ ਕਰਨਾ ਸੀ, ਉਹਦੇ ਅੰਦਰ ਮਾਂ ਦੀ ਮਮਤਾ ਪੈਦਾ ਹੁੰਦੀ, ਇੱਕ ਉਹਦੇ ਨਾਲ ਅਟੈਚਮੈਂਟ ਹੋਣੀ ਸੀ। ਬਾਪ ਨੇ ਕਿਤੇ ਗੋਦੀ 'ਚ ਮੋਢਿਆਂ ਤੇ ਬਿਠਾ ਕੇ ਖਿਡਾਉਂਦੇ ਹੁੰਦੇ ਸਨ ਲੋਕ ਬੱਚਿਆਂ ਨੂੰ। ਹੁਣ ਤਾਂ ਅੱਜ ਕੱਲ੍ਹ ਹੁਣ ਆ ਗਿਆ ਕੰਮ, ਬੱਚੇ ਨੂੰ ਉਹ ਲਟਕਾਈ ਵੀ ਐਂ ਫਿਰਦੇ ਹੁੰਦੇ ਜਿਵੇਂ ਤੋਰੀ ਲਟਕੀ ਹੁੰਦੀ ਨਾ ਕਿਸੇ ਚੀਜ਼ ਨਾਲ, ਚੁੱਕਣਾ ਵੀ ਨਹੀਂ ਆਉਂਦਾ। ਤੇ ਜੇ ਪੁੱਛੋ, ਨਹੀਂ ਜੀ ਨਹੀਂ, ਜੇ ਕੁੱਛੜ ਚੁੱਕਿਆ ਤੇ ਕੱਦ ਨਹੀਂ ਵਧਣਾ। ਵੀ ਐਡੇ ਐਡੇ ਹੁਣ ਤੁਸੀਂ ਅੱਜ ਦੀ ਜਨਰੇਸ਼ਨ 'ਚ ਵੇਖ ਲਓ ਤੇ ਪੁਰਾਣੇ ਬਜ਼ੁਰਗਾਂ ਨੂੰ ਵੇਖ ਲਓ, 6-6 ਫੁੱਟ ਕੱਦ ਤੁਹਾਨੂੰ ਪੁਰਾਣੇ ਮਿਲਣਗੇ, 7-7 ਫੁੱਟ ਮਿਲਣਗੇ। ਉਹ ਸਾਰੇ ਕੁੱਛੜਾਂ 'ਚ ਹੀ ਚੜ੍ਹ ਕੇ ਜਵਾਨ ਹੋਏ, ਉਦੋਂ ਤਾਂ ਨਹੀਂ ਸੀ ਕੱਦ ਘਟਦਾ। ਹੁਣ ਰੋਟੀ ਕੋਈ ਖਵਾਉਣ ਵਾਲਾ ਆ, ਖਿਡਾਉਣ ਵਾਲਾ ਕੋਈ ਹੈ। ਤੇ ਮਾਂ ਫਿਰ ਕਹਿੰਦੇ ਜੀ ਬੱਚੇ ਮੋਹ ਨਹੀਂ ਕਰਦੇ, ਵੀ ਤੁਸੀਂ ਕਿੰਨਾ ਕੀਤਾ ਆ? ਤੁਸੀਂ ਵੀ ਨਹੀਂ ਕੀਤਾ, ਦੁੱਧ ਉਹਨਾਂ ਬੋਤਲ 'ਚ ਪੀਤਾ। ਹੁਣ ਉਹ ਕੀ ਕਰਦੇ ਆ ਫਿਰ ਜਦੋਂ ਮਾਂ ਬਾਪ ਢਿੱਲੇ ਮੱਠੇ ਹੁੰਦੇ, ਉਹ ਆਂਦੇ ਦਵਾਈ ਦੀਆਂ ਬੋਤਲਾਂ ਦੱਸ ਕਿੰਨੀਆਂ ਚਾਹੀਦੀਆਂ, ਤੇਰੇ ਸਿਰਹਾਣੇ ਰੱਖ ਦਿਆਂਗੇ, ਪਰ ਸਾਨੂੰ ਨਾ ਆਖੀ ਵੀ ਅਸੀਂ ਬਹਿ ਕੇ ਆਪੇ ਪੀਓ ਤੇ ਪਕਾਓ, ਕਿਉਂਕਿ ਸਾਡੇ ਨਾਲ ਤੂੰ ਇਹ ਕਰਦਾ ਰਿਹਾ ਵੀ ਦੁੱਧ ਬੋਤਲ 'ਚੋਂ ਪੀਓ, ਗੱਲ ਖਤਮ ਹੈ ਜੀ। ਲੇਕਿਨ ਉਹ ਸਮਾਂ ਸੀ ਜਦੋਂ ਬਾਬਾ ਫਤਿਹ ਸਿੰਘ ਜੀ ਹੁਣਾਂ ਦੇ ਮਾਤਾ ਜੀਤੋ ਜੀ ਅਕਾਲ ਚਲਾਣਾ ਕਰ ਗਏ। ਮਾਤਾ ਗੁਜਰੀ, ਦਾਦੀ ਅੰਮਾ ਨੇ 2 ਸਾਲਾਂ ਦੇ ਬੱਚੇ ਨੂੰ ਗੋਦ 'ਚ ਪਾਇਆ। ਤੇ ਉਦੋਂ ਮਾਤਾਵਾਂ ਨੂੰ ਪਤਾ ਹੋਏਗਾ, ਕੌਲੀ 'ਚ ਦੁੱਧ ਪਾ ਲੈਣਾ ਤੇ ਥੋੜ੍ਹੀ ਜਿਹੀ ਕਾਟਨ ਰੂੰ ਜਿਹੜੀ ਹੈ ਉਹਦਾ ਫੰਭਾ, ਉਹਨੂੰ ਫੰਭਾ ਕਹਿ ਦਿੰਦੇ, ਥੋੜ੍ਹੀ ਜਿਹੀ ਫੜੋ ਤੇ ਉਹਨੂੰ ਫੰਭਾ ਕਹਿ ਦਿੰਦੇ, ਉਹ ਲੈ ਲੈਣਾ, ਐਂ ਕੌਲੀ ਦੇ ਵਿੱਚ ਭਿਉਣਾ। ਤਾਂ ਉਹ ਰੂੰ ਜਿਹੜੀ ਹੈ ਉਹਦੇ ਵਿੱਚ, ਕਾਟਨ ਦੇ ਵਿੱਚ ਦੁੱਧ ਆ ਗਿਆ, ਉਹਨੂੰ ਪਰਤ ਕੇ ਬੱਚੇ ਦੇ ਬੁੱਲ੍ਹਾਂ ਦੇ ਉੱਤੇ ਰੱਖ ਦਿੱਤਾ ਜਾਂਦਾ ਸੀ ਤੇ ਬੱਚਾ ਉਹਨੂੰ ਸਿਪ ਕਰਦਾ ਸੀ। ਇਸ ਤਰ੍ਹਾਂ ਜਦੋਂ ਕਿਤੇ ਮਾਂ ਇਤਿਆਦਕ ਨਹੀਂ ਸੀ ਰਹਿੰਦੀ ਤੇ ਬੱਚੇ ਇਸ ਤਰ੍ਹਾਂ ਪਾਲੇ ਜਾਂਦੇ ਸਨ। ਰੂੰ ਦੇ ਫੰਭਾ ਜਿਹੜਾ ਹੈ ਉਹਨੂੰ ਇਸ ਤਰ੍ਹਾਂ ਕਰਕੇ ਬੱਚੇ ਦੇ ਬੁੱਲ੍ਹਾਂ 'ਤੇ ਰੱਖਣਾ, ਬੱਚੇ ਨੇ ਫਿਰ ਉਹਨੂੰ ਸਿਪ ਕਰਨਾ ਕਾਟਨ ਨੂੰ, ਉਹਦੇ ਵਿੱਚੋਂ ਦੁੱਧ ਫਿਰ ਅੰਦਰ ਉਹਦੇ ਜਾਂਦਾ ਸੀ, ਇਸ ਤਰ੍ਹਾਂ ਪੀਂਦਾ ਸੀ। ਬਾਬਾ ਫਤਿਹ ਸਿੰਘ ਜੀ ਹੁਣਾਂ ਦਾ ਪਾਲਣ ਪੋਸ਼ਣ ਇਸ ਤਰ੍ਹਾਂ ਕੀਤਾ ਮਾਤਾ ਗੁਜਰੀ ਨੇ। 2 ਸਾਲ ਦੀ ਆਰਬਲਾ ਦੇ ਵਿੱਚ ਮਾਤਾ ਜੀਤੋ ਜੀ ਛੱਡ ਕੇ ਚਲੇ ਗਿਆ ਸੰਸਾਰ ਤੋਂ। ਜਿੱਥੇ ਉਹਨਾਂ ਪਾਲਿਆ, ਔਰ ਨਾਂ ਵੀ ਮਹਾਰਾਜ ਨੇ ਵੇਖੋ, ਸਾਹਿਬ ਨੇ ਵੱਡੇ ਸਪੁੱਤਰ ਦਾ ਨਾਮ ਅਜੀਤ ਸਿੰਘ ਰੱਖਿਆ, ਜਿਹੜਾ ਅਜਿੱਤ, ਜਿੱਤਿਆ ਨਾ ਜਾ ਸਕੇ। ਤੇ ਕਹਿੰਦੇ ਜਿੱਤ ਦੇ ਉਹ ਹੈ, ਜਿੱਤ ਉਹ ਹੁੰਦੇ ਜਿਨ੍ਹਾਂ ਨੂੰ ਜੂਝਣਾ ਆਉਂਦਾ ਹੋਵੇ। ਤੇ ਨਾਮ ਜੁਝਾਰ ਸਿੰਘ ਰੱਖਿਆ ਦੂਸਰੇ ਦਾ। ਤੇ ਕਹਿੰਦੇ ਜੂਝਦੇ ਉਹ ਹੁੰਦੇ ਆ ਜਿਨ੍ਹਾਂ ਦੇ ਡੌਲਿਆਂ ਵਿੱਚ ਜ਼ੋਰ ਹੁੰਦਾ, ਤਾਕਤ ਹੁੰਦੀ ਹੈ। ਤੀਸਰੇ ਦਾ ਨਾਮ ਜ਼ੋਰਾਵਰ ਸਿੰਘ ਰੱਖਿਆ। ਤੇ ਕਹਿੰਦੇ ਜਿੱਥੇ ਜ਼ੋਰ ਆ ਜਾਏ, ਜੂਝਣਾ ਆ ਜਾਏ, ਅਜਿੱਤ ਆ ਜਾਏ, ਫਿਰ ਉੱਥੇ ਫਤਿਹ ਜਾਬੀਆਂ ਜ਼ਰੂਰ ਪ੍ਰਾਪਤ ਹੁੰਦੀਆਂ। ਚੌਥੇ ਦਾ ਨਾਮ ਫਤਿਹ ਸਿੰਘ ਰੱਖਿਆ। ਔਰ ਇਹ ਮਹਾਰਾਜ ਨੇ ਸਾਨੂੰ ਦੱਸਿਆ ਵੀ ਬੱਚਿਆਂ ਦੇ ਨਾਮ ਕਿਵੇਂ ਦੇ ਰੱਖਣੇ ਆ, ਇਹ ਵੀ ਨਾਲ ਦਾਤ ਦਿੱਤੀ। ਅੱਜ ਤੇ ਨਾਮ ਉਹੋ ਜਿਹੇ ਕੁੱਤਿਆਂ ਬਿੱਲੀਆਂ ਦੇ, ਉਹੋ ਜਿਹੇ ਜਵਾਕਾਂ ਦੇ ਰੱਖੀ ਫਿਰਦੇ ਆ।
ਔਰ ਨਾਮ ਦੇ ਨਾਲ ਬੜੀ ਵੱਡੀ ਚੀਜ਼ ਆ, ਨਾਮ ਦਾ ਪ੍ਰਭਾਵ ਪੈਂਦਾ ਹੈ। ਅੱਜ ਐਡਾ ਵੱਡਾ ਸਰੀਰ, ਨਾਮ ਕੀ ਵਾਦੋ ਟਿੰਕੀ ਹੋ ਚਿੰਕੀ ਹੋ ਟੈਣੀ ਹੋ, ਤੇ ਵੇਖਦਾ ਐਡਾ ਕੱਦਵਾਰ ਬੰਦਾ ਤੁਰਿਆ ਆਉਂਦਾ, ਇਹਦਾ ਨਾਮ ਕੀ ਹੈ ਭਾਈ? ਇਹ ਹਿੰਦੁਸਤਾਨ ਇੰਨਾ ਚਿਰ ਗੁਲਾਮ ਰਿਹਾ, ਉਹਦਾ ਇੱਕ ਬਹੁਤ ਵੱਡਾ ਕਾਰਨ ਸੀ। ਉੱਧਰੋਂ ਜਿਹੜੇ ਚੜ੍ਹਦੇ ਸਨ ਮੁਗਲ, ਪਠਾਨ, ਗਿਲਜੇ, ਉਹਨਾਂ ਦੇ ਨਾਮ ਕਿਹੋ ਜਿਹੇ ਹੁੰਦੇ ਸਨ? ਜ਼ਬਰਦਸਤ ਖਾਨ, ਸਰ ਬੁਲੰਦ ਖਾਨ, ਇਹੋ ਜਿਹੇ ਨਾਮ ਹੁੰਦੇ ਸੀ ਉਹਨਾਂ ਦੇ। ਤੇ ਇੱਧਰ ਵਾਲੇ ਛੋਟੇ ਛੋਟੇ ਨਾਮ, ਤੇ ਉਹ ਵੇਖ ਕੇ ਆਉਂਦੇ ਸਨ ਗਾਜਰ ਮੂਲੀ ਤਰ੍ਹਾਂ ਕੱਟ ਕੇ ਰੱਖ ਦਿਓ, ਹੈ ਕੀ ਇਹਨਾਂ ਤੇ ਨਾਂ ਹੈ, ਨਾਂ ਤੋਂ ਹੀ ਪਤਾ ਲੱਗਦਾ ਵੀ ਕੀ ਨੇ। ਨਾਮ ਦੇ ਵਿੱਚ ਵੀ ਬੜੀ ਵੱਡੀ ਤਾਕਤ ਹੈ। ਇਸੇ ਕਰਕੇ ਖਾਲਸਾ ਇੱਕ ਨੂੰ ਇੱਕ ਨਹੀਂ ਕਹਿੰਦਾ, ਖਾਲਸਾਈ ਬੋਲ ਬਾਲਿਆਂ ਵਿੱਚ ਇੱਕ ਨੂੰ 1.25 ਲੱਖ ਆਖਿਆ ਜਾਂਦਾ। ਤੇ ਉਹ ਕਹਿੰਦੇ ਸਨ ਨਾ ਵੀ ਜਦੋਂ 10 ਕੁ ਲੜ ਰਹੇ ਆ, ਉਹ ਆਂਦੇ ਤਗੜੇ ਹੋ ਜੋ 1.25 ਲੱਖ ਫੌਜ ਅਜੇ ਹੋਰ ਆ ਰਹੀ ਹੈ। ਤੇ ਉਹ ਅਗਲਾ ਦੁਸ਼ਮਣ ਵੇਖਦਾ ਸੀ ਵੀ ਇਹ ਤਾਂ ਇੰਨੇ ਨਹੀਂ ਸਾਂਭੇ ਜਾਂਦੇ, ਆਂਦੇ 1.25 ਲੱਖ ਹੋਰ ਤੁਰਿਆ ਆਉਂਦਾ। ਕਮਾਲ ਹੋ ਗਈ। ਇਹ ਸ਼ਬਦਾਂ ਦਾ ਬੜਾ ਵੱਡਾ ਪ੍ਰਭਾਵ ਹੁੰਦਾ ਹੈ। ਔਰ ਬੱਚਿਆਂ ਦੇ ਅਸੀਂ ਜਦੋਂ ਨਾਮ ਇਹੋ ਜਿਹੇ ਰੱਖੀਏ ਜਿਹਦੇ ਵਿੱਚ ਉਹਨਾਂ ਨੂੰ ਕੁਝ ਨਾ ਕੁਝ ਸਿੱਖਿਆ ਮਿਲੇ, ਉਹਦਾ ਕੋਈ ਮੀਨਿੰਗ ਹੋਵੇ, ਕੋਈ ਮੀਨਿੰਗਫੁਲ ਹੋਣਾ ਚਾਹੀਦਾ, ਉਹਦਾ ਕੋਈ ਬਣਦਾ ਹੋਵੇ ਉੱਤਰ, ਬੱਚੇ ਨੂੰ ਪਤਾ ਲੱਗੇ ਵੀ ਹਾਂ ਮੇਰੇ ਨਾਮ ਦੇ ਮਾਇਨੇ ਨੇ, ਮੈਂ ਕੁਝ ਐਸਾ ਕੰਮ ਕਰਾਂ। ਤੋ ਖੈਰ ਪਾਲਿਆ। ਹੁਣ ਇੱਕ ਦਿਨ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੀ ਚਾਰੋਂ ਸਾਹਿਬਜ਼ਾਦੇ ਤਿੰਨੋਂ ਖੇਡ ਰਹੇ ਸਨ। ਵੱਡੇ ਬਾਬਾ ਫਤਿਹ ਸਿੰਘ ਆ ਗਏ ਵਿੱਚ, ਕਹਿੰਦੇ ਮੈਂ ਵੀ ਖੇਡਣਾ ਭਰਾਵਾਂ ਨਾਲ। ਉਹ ਤਿੰਨੋਂ ਖੇਡ ਰਹੇ ਸਨ। ਉਹ ਕਹਿੰਦੇ ਵੀ ਤੂੰ ਛੋਟਾ ਆ, ਇਸੇ ਕਰਕੇ ਤੂੰ ਅਜੇ ਨਹੀਂ ਖੇਡ ਸਕਦਾ, ਤੇਰਾ ਕੱਦ ਛੋਟਾ, ਤੂੰ ਵੱਡਾ ਹੋ ਜਾਏਗਾ ਫਿਰ ਖੇਡੀ। ਪਰ ਜਿਵੇਂ ਬੱਚੇ ਦੇ, ਕਿਉਂਕਿ ਬਾਲ ਹੱਠ ਮੰਨਿਆ ਗਿਆ, ਜਿਵੇਂ ਮੈਂ ਤਾਂ ਖੇਡਣਾ ਹੀ ਖੇਡਣਾ, ਵਿਚਾਲੇ ਖਲੋਕ ਚੁੱਕ ਕੇ ਪਾਸੇ ਕਰਤਾ ਵੀ ਨਹੀਂ ਤੂੰ ਛੋਟਾ, ਤੂੰ ਨਹੀਂ ਖੇਡ ਸਕਦਾ। ਅੰਦਰ ਗਏ, ਅੰਦਰ ਜਾ ਕੇ ਨਾ ਸੀਸ 'ਤੇ ਦੁਮਾਲਾ ਦਸਤਾਰਾ ਸਜਾਇਆ, ਉਹਦੇ ਉੱਤੇ ਇੱਕ ਹੋਰ ਸਜਾ ਲਿਆ, ਔਰ ਇਸ ਤਰ੍ਹਾਂ ਉੱਚਾ ਸਾਰਾ ਕਰਕੇ ਨਾ ਤੇ ਵਿੱਚ ਆ ਕੇ ਖਲੋ ਗਏ। ਕਹਿੰਦੇ ਆ ਵੇਖੋ ਹੁਣ ਮੇਰੇ ਨਾਲ ਕੱਦ ਮੇਚ ਕੇ ਵੇਖ ਲਓ, ਮੈਂ ਤੁਹਾਡੇ ਜਿੱਡਾ ਹੋ ਗਿਆ। ਬਾਬਾ ਫਤਿਹ ਸਿੰਘ ਕਹਿੰਦੇ ਹੁਣ ਤਾਂ ਮੈਂ ਖੇਡ ਸਕਦਾ। ਕਲਗੀਧਰ ਪਿਤਾ ਮਹਾਰਾਜ ਵੇਖ ਰਹੇ ਸਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮੁਸਕਰਾ ਕੇ ਬੜੀ ਮਿਹਰ ਦੇ ਘਰ ਵਿੱਚ ਆ ਕੇ ਆਖਿਆ, ਹਾਂ ਫਤਿਹ ਸਿਆਂ, ਜਦੋਂ ਕੋਈ ਸੀਸ 'ਤੇ ਦਸਤਾਰ ਰੱਖਦਾ ਉਹ ਵਾਕਈ ਵੱਡਾ ਹੋ ਜਾਂਦਾ, ਉਹ ਛੋਟਾ ਨਹੀਂ ਰਹਿ ਜਾਂਦਾ। ਤੂੰ ਵੱਡਾ ਹੋ ਗਿਆ। ਔਰ ਮਹਾਰਾਜ ਨੇ ਉੱਥੋਂ ਫਿਰ 5 ਪਿਆਰੇ ਉਹਨਾਂ ਤਾਬਿਆ ਕੀਤੇ, ਆਖਿਆ ਕਿ ਤੇਰੇ ਤੋਂ ਇੱਕ ਪੰਥ ਚੱਲੇਗਾ ਤੇਰੇ ਨਾਮ ਤੋਂ। ਔਰ ਉਹਦੇ 'ਚੋਂ ਹੀ ਜਿਹੜਾ ਨਿਹੰਗ ਸਿੰਘ ਫੌਜਾਂ ਦੀ ਜਦੋਂ ਅਸੀਂ ਗੱਲ ਕਰਦੇ, ਜਿਨ੍ਹਾਂ ਨੂੰ ਗੁਰੂ ਕੀਆਂ ਲਾਡਲੀਆਂ ਫੌਜਾਂ ਤਾਂ ਕਿਹਾ ਜਾਂਦਾ ਵੀ ਬਾਬਾ ਫਤਿਹ ਸਿੰਘ ਸਭ ਤੋਂ ਛੋਟਾ ਸੀ ਤੇ ਬੜਾ ਲਾਡਲਾ, ਹਰੇਕ ਦਾ ਹੀ ਲਾਡਲਾ, ਲਾਡਲ ਡਾਇਜਨ। ਇਸੇ ਕਰਕੇ ਨਿਹੰਗ ਸਿੰਘਾਂ ਨੂੰ, ਗੁਰੂ ਕੇ ਪਿਆਰਿਆਂ ਨੂੰ, ਗੁਰੂ ਕੀਆਂ ਲਾਡਲੀਆਂ ਫੌਜਾਂ ਔਰ ਉਹਨਾਂ ਦੇ ਜਥਿਆਂ ਵਿੱਚ ਜਿਨ੍ਹਾਂ ਨੂੰ ਪਤਾ ਹੋਵੇ ਵੀ ਸਾਡਾ ਮੁੱਢ ਮੂਲ ਕੀ ਹੈ, ਕੇਵਲ ਇਹ ਨਹੀਂ ਵੀ ਐਵੇਂ ਕੱਪੜੇ ਪਾਏ ਨੇ, ਉਹਨਾਂ ਨੂੰ ਪਤਾ ਹੋਵੇ ਵੀ ਨਿਹੰਗ ਸਿੰਘ ਆ ਅਤੇ ਸਾਡਾ ਮੁੱਢ ਮੂਲ ਕਿੱਥੋਂ ਹੈ, ਤਾਂ ਉਹ ਜ਼ਰੂਰ ਦੱਸੇਗਾ ਵੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਹੁਣਾਂ ਤੋਂ ਸਾਡੀ ਕਹਾਣੀ ਆਰੰਭ ਹੁੰਦੀ ਹੈ, ਵੀ ਗੁਰੂ ਕੀਆਂ ਲਾਡਲੀਆਂ ਫੌਜਾਂ। ਫਿਰ ਬਾਬਾ ਫਤਿਹ ਸਿੰਘ ਜੀ ਹੁਣਾਂ ਦਾ ਜੀਵਨ ਪੜ੍ਹੋ ਤੁਸੀਂ, ਕਿੰਨੀ ਕੁੱਚੀ ਅਵਸਥਾ ਦੇ ਮਾਲਕ ਸਨ ਉਹ। ਜਿੱਦਣ ਸਰਹੰਦ ਦੀ ਧਰਤੀ 'ਤੇ, ਸੂਬੇ ਸਰਹੰਦ ਦੀ ਕਚਹਿਰੀ ਵਿੱਚ, ਜਿੱਥੇ ਹੋਰ ਅਨੇਕਾਂ ਸਵਾਲ ਸਨ, ਇੱਕ ਸਵਾਲ ਇਹ ਵੀ, ਜਦੋਂ ਸ਼ੇਰ ਮੁਹੰਮਦ ਖਾਨ ਜਿਹੜਾ ਆ ਮਲੇਰਕੋਟਲੀਆ, ਉਹਨੇ ਹਾਂ ਦਾ ਨਾਅਰਾ ਮਾਰਿਆ ਵੀ ਇਹਨਾਂ ਬੱਚਿਆਂ 'ਤੇ, ਸ਼ੀਰਖੋਰ ਬੱਚੇ, ਇਹਨਾਂ 'ਤੇ ਜ਼ੁਲਮ ਨਹੀਂ ਕਰਨਾ ਚਾਹੀਦਾ। ਜਿਹੜਾ ਸੂਬੇਦਾਰ ਵਜੀਦ ਖਾਂ ਆ, ਵਜੀਦਾ ਹੈ, ਉਹ ਸੋਚਣ ਲੱਗ ਪਿਆ ਵੀ ਜਿਹਦੇ ਭਰਾ ਮਾਰੇ, ਉਹ ਕਹਿੰਦਾ ਵੀ ਇਹ ਕੰਮ ਨਹੀਂ ਕਰਨਾ ਚਾਹੀਦਾ, ਤੇ ਗੱਲ ਤਾਂ ਠੀਕ ਆ। ਪਰ ਸੁਚਾਨੰਦ ਕਹਿੰਦਾ ਵੀ ਚਲੋ ਛੱਡ ਦਿਓ, ਜਿਹਨੂੰ ਪੁੱਛ ਤਾਂ ਲਓ ਕਰੋਗੇ ਕੀ। ਕਹਿੰਦਾ ਜੇ ਤੁਹਾਨੂੰ ਛੱਡ ਦਿੱਤਾ ਜਾਏ ਕੀ ਕਰੋਗੇ। ਬਾਬਾ ਫਤਿਹ ਸਿੰਘ ਕਹਿੰਦੇ ਅਸੀਂ ਜਾਵਾਂਗੇ, ਜਿਹੜੇ ਸਾਡੇ ਭਰਾ ਗੁਰਸਿੱਖ ਫੌਜਾਂ ਜਿਹੜੀਆਂ ਸਾਡੀਆਂ ਖਿੱਲਰ ਗਈਆਂ ਇੱਧਰ ਉੱਧਰ, ਉਹਨਾਂ ਨੂੰ ਇਕੱਠੇ ਕਰਾਂਗੇ, ਇਕੱਠੇ ਕਰਕੇ ਕਹਿੰਦੇ ਸਰਹੰਦ 'ਤੇ ਹੱਲਾ ਕਰਾਂਗੇ। ਉਹ ਕਹਿੰਦਾ ਜੇ ਫੇਰ ਪਕੜੇ ਗਏ, ਫਿਰ ਛੱਡ ਦਿੱਤਾ, ਕਹਿੰਦੇ ਫਿਰ ਜਾਵਾਂਗੇ, ਫਿਰ ਫੌਜਾਂ ਇਕੱਠੀਆਂ ਕਰਾਂਗੇ, ਸਰਹੰਦ 'ਤੇ ਹੱਲਾ ਕਰਾਂਗੇ। ਉਹ ਕਹਿੰਦਾ ਕਿੰਨੇ ਕੁ ਵਾਰ ਤੱਕ ਕਰਦੇ ਰਹੋਗੇ। ਤੇ ਬਾਬਾ ਫਤਿਹ ਸਿੰਘ ਦਾ ਜਵਾਬ ਪਤਾ ਕੀ ਸੀ, ਕਿੱਡੀ ਉੱਚੀ ਕਰਨੀ ਦੇ ਉਹ ਮਾਲਕ ਸਨ। ਸਾਹਮਣੇ ਵਜੀਦਾ ਬੈਠਾ ਸੀ, ਉਹਦੇ ਵੱਲ ਉਂਗਲ ਕਰਕੇ ਕਹਿੰਦੇ ਉਹਨਾਂ ਚਿਰ ਵਾਰ-ਵਾਰ ਚੜ੍ਹ ਕੇ ਆਵਾਂਗੇ ਸਰਹੰਦ 'ਤੇ, ਜਿੰਨਾ ਚਿਰ ਤੇਰੇ ਇਸ ਵਜੀਦੇ ਦੇ ਤਲਵਾਰ ਨਾਲ 2 ਟੁਕੜੇ ਨਾ ਕਰ ਦਈਏ। ਇਹ ਬਾਬਾ ਫਤਿਹ ਸਿੰਘ ਦੀ ਰਸਨਾ ਤੋਂ ਨਿਕਲਿਆ ਬਚਨ ਸੀ। ਔਰ ਵੇਖੋ ਗੁਰਬਾਣੀ ਵਿੱਚ ਜੋ ਮਹਾਰਾਜ ਨੇ ਕਿਹਾ ਨਾ,
ਵੀ ਰੱਬ ਦਾ ਪਿਆਰਾ ਰਸਨਾ ਤੋਂ ਜੋ ਕਹਿ ਦਵੇ, ਉਹਦਾ ਕਹਿਆ ਹੋਇਆ ਬੋਲ ਖਾਲੀ ਨਹੀਂ ਜਾਂਦਾ। ਇੱਕ ਸ਼ਬਦ ਆਪਾਂ ਪੜ੍ਹਦੇ, ਮਾਈ ਸੱਤ 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 ਹਰ, ਸੱਤ 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 ਸਾਧਾ, ਬਚਨ ਗੁਰੂ ਜੋ ਪੂਰੇ ਕਹਿਆ, ਮੈਂ ਛੀਂਕ ਗਾਂਠਰੀ ਵਾਧਾ। ਕਹਿੰਦੇ ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਚੰਦ ਵਿਨਾਸੀ ਸੂਰ ਵਿਨਾਸੀ, ਕਹਿੰਦੇ ਚੰਦਰਮਾ ਨਾਸ਼ ਹੋ ਸਕਦਾ, ਸੂਰਜ ਨਾਸ਼ ਹੋ ਸਕਦਾ। ਉਤਪੁਜ ਸੇਤ ਵਿਨਾਦਾ, ਜਿੰਨੀਆਂ ਖਾਣੀਆਂ ਚਾਰੇ ਖਤਮ ਹੋ ਸਕਦੀਆਂ। ਰਾਜ ਵਿਨਾਸੀ ਤਾਮ ਵਿਨਾਸੀ, ਸਾਤਕ ਪੀ ਬੇਨਾਦਾ। ਪਰ ਕਹਿੰਦੇ ਜਿਹੜਾ ਰੱਬ ਦੇ ਪਿਆਰੇ ਦੀ ਰਸਨਾ ਤੋਂ ਨਿਕਲਿਆ ਬੋਲ ਹੈ ਨਾ, ਉਹ ਕਦੇ ਨਹੀਂ ਖਾਲੀ ਜਾ ਸਕਦਾ। ਤੇ ਬਾਬਾ ਫਤਿਹ ਸਿੰਘ ਨੇ ਜਿਹੜਾ ਬੋਲ ਕਿਹਾ, ਫਿਰ ਤੁਸੀਂ ਚੱਪੜ ਚਿੜੀ ਦੇ ਮੈਦਾਨ ਦਾ ਇਤਿਹਾਸ ਪੜ੍ਹ ਕੇ ਵੇਖੋ। ਜਿੱਦਣ ਟਾਕਰਾ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਤੇ ਵਜੀਦੇ ਨਾਲ ਟਾਕਰਾ ਹੋਇਆ, ਭਾਈ ਬਾਜ ਸਿੰਘ ਪਹਿਲਾਂ ਉਹਨਾਂ ਤੇ ਵਾਰ ਕੀਤਾ, ਉਹਨੇ ਜਦੋਂ ਤਲਵਾਰ ਲੈ ਵਿਚਾਲੇ ਭਾਈ ਫਤਿਹ ਸਿੰਘ ਆ ਗਿਆ, ਔਰ ਵਿਚਾਲੇ ਆ ਕੇ ਉਹਨੇ ਇਹੋ ਜਿਹਾ ਪ੍ਰਹਾਰ ਕੀਤਾ, ਵਜੀਦੇ ਦੇ ਦੋ ਟੁਕੜੇ ਕਰਕੇ ਰੱਖ ਦਿੱਤੇ। ਹੁਣ ਵੇਖੋ, ਟੁਕੜੇ ਵੀ ਦੋ ਹੋਏ ਵੀ ਤਲਵਾਰ ਨਾਲ, ਤੇ ਕਰਨ ਵਾਲੇ ਦਾ ਨਾਂ ਵੀ ਭਾਈ ਫਤਿਹ ਸਿੰਘ ਸੀ। ਐਸੇ ਜੀਵਨ ਤਾਂ ਹੀ ਮਹਾਰਾਜ ਦੀ ਬਾਣੀ ਕਹਿੰਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਕਿ ਧਨ ਜਣੇਂਦੀ ਮਾਉ ਜੋਧਾ ਜੋਧੀਏ, ਔਰ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਰਤੇਸ਼ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਪੋਏ, ਭਾਰਤੀਏ ਆਪ ਲੀਏ ਲੜ ਲਾਏ, ਦਰ ਦਰਵੇਸ਼ ਸੇ ਤਿਨ ਧਨ ਜਣੇਂਦੀ ਮਾਉ ਆਏ ਸਫਲ ਸੇ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਣ ਕਹੈ ਸੁਆਓ, ਜਨ ਕੇ ਸੰਗ ਚਿੱਤ ਆਵੇ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਬਾਬਾ ਫਤਿਹ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਜਿਨ੍ਹਾਂ ਦੇ ਨਾਮ ਤੋਂ ਫਿਰ ਸੂਬੇ ਜਿੱਦਣ ਉੱਥੇ ਲਹਿਰਾਇਆ ਗਿਆ ਨਿਸ਼ਾਨ ਸਾਹਿਬ ਸਰਹੰਦ ਨੂੰ ਫਤਿਹ ਕਰਨ ਤੋਂ ਬਾਅਦ, ਉਹਨੇ ਆਖਿਆ ਗੁਰੂ ਮਾਰੀ ਸਰਹੰਦ ਹੈ, ਇਹਦਾ ਨਾਂ ਨਹੀਂ ਲੈਣਾ, ਇਹਦਾ ਨਾਮ ਫਤਿਹਗੜ੍ਹ ਸਾਹਿਬ ਰੱਖੋ। ਬਾਬਾ ਫਤਿਹ ਸਿੰਘ ਜੀ ਉਹਨਾਂ ਦੇ ਨਾਮ ਤੋਂ ਫਤਿਹਗੜ੍ਹ ਸਾਹਿਬ ਰੱਖਿਆ ਗਿਆ। ਤੋ ਐਸੇ ਸਤਿਗੁਰਾਂ ਦੇ ਫਰਜ਼ੰਦ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਉਹਨਾਂ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਦੀਆਂ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।